ਕੰਟੀਨਿਊ ਕਰਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਪੇਅਰਸ ਆਰ ਕਰੈਕਟਲੀ ਮੈਚਡ। ਦੇਖਣਾ ਜੀ ਕਿਹੜੇ ਕਿਹੜੇ ਕਰੈਕਟਲੀ ਮੈਚਡ ਆ। ਥਿਓਡੋਰ ਬੈਕ, ਐਂਗਲੋ ਓਰੀਐਂਟਲ ਕਾਲਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨਾਲ ਕੀ ਇਹ ਸੰਬੰਧਿਤ ਸੀ? ਪਤਾ ਨਹੀਂ ਜੀ ਸਾਨੂੰ। ਇਲਬਰਟ ਬਿਲ ਲਾਰਡ ਰਿਪਨ। ਇਹ ਕੁਐਸਚਨ ਬਾਰ-ਬਾਰ ਆ ਰਿਹਾ ਜੀ, ਇਹ ਸਹੀ ਹੈ। ਕਰੈਕਟ ਆਂਸਰ ਦੇਖਣਾ ਦੂਜਾ ਅਸੀਂ ਚੱਕ ਦੋ ਜੀ। ਫਿਰੋਜ਼ ਸ਼ਾਹ ਮਹਿਤਾ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧਿਤ ਸਨ। ਸਹੀ ਹੈ ਜੀ, ਤੀਜਾ ਵੀ ਸਹੀ ਹੈ, ਆ ਚੱਕ ਦੋ। ਬਦਰੁਦੀਨ ਤਾਇਬ ਜੀ ਮੁਸਲਿਮ ਲੀਗ ਨਾਲ ਸੰਬੰਧਿਤ ਸਨ। ਨਹੀਂ, ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸਨ। ਚੌਥਾ ਗਲਤ ਹੋ ਗਿਆ ਜੀ, ਚੱਕ ਦੋ ਚੌਥਾ। ਆਂਸਰ ਆ ਜਾਣਾ ਜੀ ਡੀ, ਪਹਿਲਾ ਦੂਜਾ ਤੀਜਾ ਸਹੀ ਹੈ। ਇਹਦਾ ਮਤਲਬ ਥਿਓਡੋਰ ਬੈਕ ਮੁਹੰਮਦ ਐਂਗਲੋ ਓਰੀਐਂਟਲ ਕਾਲਜ ਅਲੀਗੜ੍ਹ ਨਾਲ ਸੰਬੰਧਿਤ ਹਨ। ਬਦਰੁਦੀਨ ਤਾਇਬ ਜੀ ਮੁਸਲਿਮ ਲੀਗ ਨਾਲ ਸੰਬੰਧਿਤ ਨਹੀਂ ਸੀ। ਉਹ 1887 ਵਿੱਚ, ਸਨ ਇੰਪੋਰਟੈਂਟ ਆ ਜੀ, 85 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਤੇ 2 ਸਾਲਾਂ ਬਾਅਦ ਹੀ ਮਦਰਾਸ ਵਿੱਚ, ਹਾਂ ਮਦਰਾਸ ਵੀ ਇੰਪੋਰਟੈਂਟ ਆ, ਉਹ INC ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਕਿੱਥੇ ਹੋਇਆ ਸੀ? ਜਿੱਥੇ ਪਹਿਲਾ ਮੁਸਲਿਮ ਪ੍ਰਧਾਨ ਬਣਿਆ। ਉਹ ਕੌਣ? ਬਦਰੁਦੀਨ ਤਾਇਬ ਜੀ 1887 ਵਿੱਚ ਮਦਰਾਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਮਾਨ ਪ੍ਰਧਾਨ ਬਣੇ ਸਨ। ਠੀਕ। The Congress is tottering to its fall, and one of my great ambitions while in India is to assist it to a peaceful demise। ਇਹ ਗੱਲ ਕਿਹਨ ਕਹੀ ਸੀ ਜੀ? ਵੀ ਕਾਂਗਰਸ ਆਪਣੇ ਫਾਲ ਮਤਲਬ ਕਾਂਗਰਸ ਦਾ ਪਤਨ ਹੋ ਰਿਹਾ ਆ ਤੇ ਮੇਰਾ ਵੀ ਇਹੀ ਐਂਬੀਸ਼ਨ ਹੋਏਗਾ ਕਿ ਮੈਂ ਉਸ ਦੇ ਪਤਨ ਵਿੱਚ ਹੋਰ ਯੋਗਦਾਨ ਪਾਵਾਂ। ਇਹ ਗੱਲ ਕਹੀ ਸੀ ਜੀ ਲਾਰਡ ਕੁਰਜਨ ਨੇ। ਬੀ, ਲਾਰਡ ਕੁਰਜਨ ਦਾ ਟਾਈਮ ਪੀਰੀਅਡ 1899 ਤੋਂ 1905। ਬੰਗਾਲ ਵਿਭਾਜਨ ਕਦੋਂ ਹੋਇਆ ਸੀ? 1905। ਲਾਰਡ ਕੁਰਜਨ। Who was the leader of the ਗਦਰ ਪਾਰਟੀ? ਇਹ ਪ੍ਰਸ਼ਨ ਵਾਰ-ਵਾਰ ਆ ਰਿਹਾ। ਭਗਤ ਸਿੰਘ, ਲਾਲਾ ਹਰਦਿਆਲ, ਬਾਲ ਗੰਗਾਧਰ ਤਿਲਕ, BD ਸਾਵਰਕਰ। ਆਂਸਰ ਹੈ ਜੀ ਲਾਲਾ ਹਰਦਿਆਲ। Ghadar was established in 1913 under the leadership of ਲਾਲਾ ਹਰਦਿਆਲ। ਇਹਦਾ ਹੈੱਡਕੁਆਰਟਰ ਕਿੱਥੇ ਸੀ? ਸੈਨ ਫਰਾਂਸਿਸਕੋ, ਅਮਰੀਕਾ ਵਿੱਚ। Lord Mountbatten came to India as a viceroy with specific instructions to। Lord Mountbatten ਜਦੋਂ ਭਾਰਤ ਨੂੰ ਆਜ਼ਾਦੀ ਮਿਲਣ ਲੱਗੀ ਸੀ ਉਸ ਵੇਲੇ ਵਾਇਸਰਾਏ ਬਣ ਕੇ ਭਾਰਤ ਵਿੱਚ ਆਏ ਸਨ। ਕੁਝ ਗੱਲਾਂ ਕਹੀਆਂ ਜੀ ਉਹਨਾਂ ਬਾਰੇ ਵੀ ਉਹਨਾਂ ਨੂੰ ਇਹ ਇੰਸਟਰਕਸ਼ਨ ਦਿੱਤੀਆਂ ਗਈਆਂ ਸਨ। ਸਿੰਪਲ ਗੱਲ ਕਹੀਏ, ਉਹਨਾਂ ਨੂੰ ਇੰਸਟਰਕਸ਼ਨ ਸੀ ਕਿ ਇੰਡੀਆ ਦੀ ਪਾਰਟੀਸ਼ਨ ਨਹੀਂ ਹੋਣ ਦੇਣੀ, ਕੋਸ਼ਿਸ਼ ਕਰਨੀ ਆ ਕੀਪ ਇੰਡੀਆ ਯੂਨਾਈਟਿਡ ਇਫ ਪੋਸੀਬਲ, ਜਿੰਨਾ ਸੰਭਵ ਹੋ ਸਕੇ ਓਨਾ ਭਾਰਤ ਨੂੰ ਯੂਨਾਈਟ ਰੱਖਣਾ ਆ। ਇਹ ਸੀ ਜੀ ਗੱਲ। ਅਸਰਸ਼ਨ ਆ ਜੀ ਦ ਖਿਲਾਫਤ ਮੂਵਮੈਂਟ did bring the urban Muslims into the fold of the national movement। ਖਿਲਾਫਤ ਮੂਵਮੈਂਟ ਜਿਹੜੀ ਚੱਲੀ ਸੀ 1919 ਦੇ ਕਰੀਬ, ਉਸ ਦੇ ਨਾਲ ਜਿਹੜੇ ਸ਼ਹਿਰੀ ਮੁਸਲਿਮ ਸੀ ਉਹ ਵੀ ਨੈਸ਼ਨਲ ਮੂਵਮੈਂਟ ਵਿੱਚ ਆ ਗਏ। ਇਹ ਗੱਲ ਸੀਗੀ। There was a predominant element of anti-imperialism in both the national and ਖਿਲਾਫਤ movement। ਨੈਸ਼ਨਲ ਮੂਵਮੈਂਟ ਵਿੱਚ ਵੀ ਇੰਪੀਰੀਅਲਿਜ਼ਮ ਦੇ ਖਿਲਾਫ ਗੱਲ ਸੀ ਤੇ ਖਿਲਾਫਤ ਮੂਵਮੈਂਟ ਵਿੱਚ ਵੀ ਇੰਪੀਰੀਅਲਿਜ਼ਮ ਦੇ ਖਿਲਾਫ ਗੱਲ ਸੀ। ਇੰਪੀਰੀਅਲਿਜ਼ਮ ਹੁੰਦਾ ਜੀ ਸਾਮਰਾਜਵਾਦ, ਵੀ ਅਸੀਂ ਆ ਜਿਹੜੇ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀ, ਇੱਕ ਹਿਸਾਬ ਨਾਲ ਉਹਨਾਂ ਨੇ ਆਪਣਾ ਸਾਮਰਾਜ ਬਣਾਇਆ ਹੋਇਆ ਸੀ ਤੇ ਗੁਲਾਮੀ ਦੇ ਖਿਲਾਫ, ਸਾਮਰਾਜਵਾਦ ਦੇ ਖਿਲਾਫ ਨੈਸ਼ਨਲ ਤੇ ਖਿਲਾਫਤ ਮੂਵਮੈਂਟ ਦੋਨੋਂ ਸੀਗੀਆਂ। ਇਹ ਵੀ ਗੱਲ ਹੈ ਜੀ, ਦੋਨੋਂ ਸਹੀ ਹੈ, ਦੋਨੋਂ both A and R are true ਤੇ R ਕੀ ਆ? ਇਹਦਾ ਰੀਜ਼ਨ ਵੀ ਹੈ ਕਿਉਂਕਿ ਇਸੇ ਰੀਜ਼ਨ ਕਰਕੇ, ਇਸੇ ਗੁਲਾਮੀ ਦੇ ਵਿਰੋਧ ਦੇ ਕਾਰਨ ਹੀ ਤਾਂ ਅਰਬਨ ਮੁਸਲਿਮ ਵੀ ਖਿਲਾਫਤ ਮੂਵਮੈਂਟ ਵਿੱਚ ਆ ਗਏ ਸੀ।
Assertion: partition of Bengal in 1905 brought to an end the moderates' role in the Indian freedom movement। 1905 ਵਿੱਚ ਬੰਗਾਲ ਦੀ ਪਾਰਟੀਸ਼ਨ ਹੋ ਗਈ ਸੀ, ਉਹਦੇ ਖਿਲਾਫ ਕਾਂਗਰਸ ਨੇ ਸੰਘਰਸ਼ ਕੀਤਾ, ਵਿਦਰੋਹ ਕੀਤਾ, ਵਿੱਚ ਗਰਮ ਦਲੀਆਂ ਦੀ ਬਹੁਤ ਭੂਮਿਕਾ ਸੀ। ਪਰ ਕੀ ਨਰਮ ਦਲ ਦਾ ਰੋਲ ਖਤਮ ਹੋ ਗਿਆ? ਐਂਡ ਇਹ ਆ ਬਹੁਤ ਐਕਸਟ੍ਰੀਮ ਸ਼ਬਦ ਹੋ ਗਿਆ ਜੀ, ਐਂਡ ਨਹੀਂ ਸੀ ਹੋਇਆ, ਇਸ ਕਰਕੇ ਇਹ ਹੋ ਗਿਆ ਗਲਤ। The Surat session of Indian National Congress separated the extremists from the moderates। ਇਹ ਗੱਲ ਹੈ ਜੀ। ਸੂਰਤ ਸਪਲਿਟ ਅਸੀਂ ਪੜ੍ਹਿਆ ਪਹਿਲਾਂ 1907 ਵਿੱਚ ਹੋਇਆ, ਐਕਸਟ੍ਰੀਮਿਸਟ ਤੇ ਮੋਡਰੇਟ ਅਲੱਗ-ਅਲੱਗ ਹੋ ਗਏ। ਇਹ ਸਹੀ ਹੈ ਜੀ। A is false ਤੇ R is true। D ਆਂਸਰ ਹੈ ਜੀ, D ਆਂਸਰ ਹੈ। ਅੱਗੇ ਦੇਖਦੇ ਹਾਂ ਜੀ। Assertion: The first ever bill to make primary education compulsory in India was rejected in 1911। 1911 ਵਿੱਚ ਇਹ ਬਿੱਲ ਨੂੰ ਰਿਜੈਕਟ ਕਰ ਦਿੱਤਾ ਗਿਆ, ਮਨਾ ਕਰ ਦਿੱਤਾ ਗਿਆ। ਇਹ ਪਹਿਲਾਂ ਆਪਣੇ ਆਪ 'ਚ ਇੱਕ ਬਿੱਲ ਸੀ, ਇਹ 1911 ਵਿੱਚ ਹੀ ਹੋਇਆ, ਸਾਨੂੰ ਪਤਾ ਨਹੀਂ, ਇਸ ਲਈ ਇਹਨੂੰ ਸ਼ੱਕ ਵਿੱਚ ਰੱਖੋ, ਗਲਤ ਹੀ ਰੱਖੋ। Discontent would have increased if every cultivator could read। ਇਹ ਗੱਲ ਸੀਗੀ। ਦੇਖੋ ਰਿਜੈਕਟ ਹੋ ਗਿਆ ਸੀ ਬਿੱਲ, ਕਿ 1911 ਵਿੱਚ ਹੀ ਹੋਇਆ ਸੀ? ਨਹੀਂ, ਇਹ ਹੋਇਆ ਸੀ ਜੀ 1913 ਵਿੱਚ, 11 ਵਿੱਚ ਨਹੀਂ। ਤੇ ਇਹ ਗੱਲ ਸੀਗੀ ਕਿ ਆਮ ਜਨਤਾ ਵਿੱਚ ਅਸੰਤੋਸ਼ ਵੱਧ ਜਾਵੇਗਾ ਜੇ ਕਿਸਾਨ ਵਗੈਰਾ ਸਾਰੇ ਪੜ੍ਹ ਲਿਖ ਜਾਣ, ਇਸ ਗੱਲ ਦਾ ਡਰ ਸੀ ਅੰਗਰੇਜ਼ਾਂ ਨੂੰ। ਰੀਜ਼ਨ ਸਹੀ ਹੈ ਜੀ, ਰੀਜ਼ਨ ਇਜ਼ ਟਰੂ, ਅਸਰਸ਼ਨ ਇਜ਼ ਫਾਲਸ। ਡੀ ਆਂਸਰ। ਇਹ ਗਲਤ ਹੈ ਕਿਉਂਕਿ ਇਹ 1913 ਵਿੱਚ ਸੀ, ਨਾ ਕਿ 1911 ਵਿੱਚ ਸਿੱਖਿਆ ਨੀਤੀ ਬਾਰੇ ਇੱਕ ਮਤਾ ਪੇਸ਼ ਕੀਤਾ ਗਿਆ ਸੀ। 1913 ਵਿੱਚ ਸਰਕਾਰ ਨੇ ਲਾਜ਼ਮੀ ਸਿੱਖਿਆ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਕੰਪਲਸਰੀ ਐਜੂਕੇਸ਼ਨ ਨਹੀਂ ਲਿਆ ਸਕਦੇ। ਕਿਉਂ? ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ ਸਾਰੇ ਪੜ੍ਹ ਲਿਖ ਜਾਣ ਤਾਂ ਸਾਡੇ ਖਿਲਾਫ ਅਸੰਤੋਸ਼ ਫੈਲ ਜਾਏਗਾ। ਪਰ ਅਨਪੜ੍ਹਤਾ ਨੂੰ ਦੂਰ ਕਰਨ ਦੀ ਨੀਤੀ ਨੂੰ ਸਵੀਕਾਰ ਕੀਤਾ ਅਤੇ ਸੂਬਾਈ ਸਰਕਾਰਾਂ ਨੂੰ ਗਰੀਬ ਅਤੇ ਹੋਰ ਪਛੜੇ ਵਰਗਾਂ ਨੂੰ ਮੁਫਤ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਲਈ ਛੇਤੀ ਕਦਮ ਚੁੱਕਣ ਦੀ ਅਪੀਲ ਕੀਤੀ ਵੀ ਹਾਂ, ਜਿਹੜੇ ਗਰੀਬ ਤੇ ਪਿਛੜੇ ਵਰਗ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਚਾਹੀਦੀ ਆ, ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਲਾਜ਼ਮੀ ਸਿੱਖਿਆ ਅਸੀਂ ਕੰਪਲਸਰੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਨਹੀਂ ਲੈਂਦੇ, ਇਹ ਗੱਲ। ਅਸਰਸ਼ਨ ਆ ਜੀ, ਦ ਕਾਂਗਰਸ ਰਿਜੈਕਟਡ ਦ ਕ੍ਰਿਪਸ ਪ੍ਰਪੋਜ਼ਲ। ਕਾਂਗਰਸ ਨੇ ਕ੍ਰਿਪਸ ਪ੍ਰਪੋਜ਼ਲ ਨੂੰ ਰਿਜੈਕਟ ਕਰਤਾ, ਇਹ ਗੱਲ ਹੈ, ਰਿਜੈਕਟ ਕਰ ਦਿੱਤਾ ਸੀ। The Cripps mission consisted solely of whites। Cripps mission ਵਿੱਚ ਸਾਰੇ ਦੇ ਸਾਰੇ ਬੰਦੇ white ਸੀ। ਦੇਖੋ ਕ੍ਰਿਪਸ ਮਿਸ਼ਨ ਨੂੰ ਰੱਦ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਸਾਰੇ ਦੇ ਸਾਰੇ ਬੰਦੇ white ਸੀ, ਇਹ ਕਾਰਨ ਨਹੀਂ ਸੀ। ਦੇਖੋ ਦੋਨੋਂ ਸਹੀ ਹੈ ਪਰ ਦੂਜਾ ਕਾਰਨ ਨਹੀਂ ਆ। Both A and R are true but R is not a correct explanation of A। ਕਿਉਂਕਿ ਹੁਣ ਕਾਂਗਰਸ ਕੰਪਲੀਟ ਇੰਡੀਪੈਂਡੈਂਸ ਮੰਗਦੀ ਪਈ ਸੀ ਤਾਂ ਕ੍ਰਿਪਸ ਮਿਸ਼ਨ ਵਿੱਚ ਇਹ ਗੱਲਾਂ ਹੈ ਨਹੀਂ ਸੀਗੀਆਂ, ਇਸ ਕਰਕੇ ਉਹਨਾਂ ਨੇ ਵਿਰੋਧ ਕੀਤਾ। ਇਹ ਪੁਆਇੰਟ ਸਹੀ ਹੈ ਕਿਉਂਕਿ ਕਾਂਗਰਸ ਨੇ ਕ੍ਰਿਪਸ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰਨ ਆਜ਼ਾਦੀ ਕੰਪਲੀਟ ਇੰਡੀਪੈਂਡੈਂਸ, ਪੂਰਨ ਆਜ਼ਾਦੀ ਦੀ ਬਜਾਏ ਡੋਮੀਨੀਅਨ ਸਟੇਟਸ ਦੀ ਸਿਫਾਰਿਸ਼ ਕੀਤੀ ਸੀ। ਮਿਸ਼ਨ ਵਿੱਚ ਸਿਰਫ ਗੋਰੇ ਹੀ ਸ਼ਾਮਿਲ ਸਨ, ਇਹ ਵੀ ਗੱਲ ਹੈ, ਪਰ ਇਹ ਕਾਰਨ ਨਹੀਂ ਸੀ ਇਹਨੂੰ ਰਿਜੈਕਟ ਕਰਨ ਦਾ, ਇਹਦਾ ਵਿਰੋਧ ਕਰਨ ਦਾ। ਅਸਰਸ਼ਨ ਹੈ ਜੀ, ਗਾਂਧੀ ਜੀ ਸਟਾਪਡ ਦਾ ਨਾਨ ਕੋਆਪਰੇਸ਼ਨ ਮੂਵਮੈਂਟ ਇਨ 1922। 1922 ਵਿੱਚ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਸਟਾਪ ਕਰ ਦਿੱਤੀ। ਸਹੀ ਗੱਲ ਹੈ ਜੀ, ਚੌਰਾ ਚੌਰੀ ਦੀ ਘਟਨਾ ਤੋਂ ਬਾਅਦ। ਵਾਇਲੈਂਸ ਐਟ ਚੌਰਾ ਚੌਰੀ ਜਾਂ ਚੌਰੀ ਚੌਰਾ led him to stop the movement। ਚੌਰੀ ਚੌਰਾ ਸਥਾਨ ਤੇ ਹਿੰਸਾ ਹੋ ਗਈ ਸੀ, ਇਸ ਕਰਕੇ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਸਟਾਪ ਕਰ ਦਿੱਤੀ ਸੀ। ਇਹ ਗੱਲ ਸਹੀ ਹੈ ਜੀ, ਇਹ ਰੀਜ਼ਨ ਵੀ ਆ। both A and R are true and R is correct explanation of A। When the Indian Muslim League was inducted into the interim government in 1946, Liaquat Ali Khan was assigned the portfolio of
ਜਦੋਂ ਇੰਟਰਿਮ ਗਵਰਨਮੈਂਟ ਬਣੀ ਸੀ 1946 ਵਿੱਚ। ਇੰਟਰਿਮ ਗਵਰਨਮੈਂਟ ਮਤਲਬ ਵੀ ਜਦੋਂ ਤੱਕ ਭਾਰਤ ਕੰਪਲੀਟ ਆਜ਼ਾਦ ਨਹੀਂ ਹੋ ਜਾਂਦਾ, ਪੂਰਨ ਤੌਰ ਤੇ ਆਜ਼ਾਦ ਨਹੀਂ ਹੋ ਜਾਂਦਾ, ਤਦ ਤੱਕ ਇੰਟਰਿਮ ਗਵਰਨਮੈਂਟ ਬਣਾਓ। ਉਹ ਬਣੀ ਸੀ ਜੀ 1946 ਵਿੱਚ ਤੇ ਮੁਸਲਿਮ ਲੀਗ ਵੀ ਇਹਦੇ ਵਿੱਚ ਸ਼ਾਮਿਲ ਹੋ ਗਈ। ਤਾਂ ਉਸ ਵੇਲੇ ਲਿਆਕਤ ਅਲੀ ਖਾਨ ਨੂੰ ਕਿਹੜਾ ਡਿਪਾਰਟਮੈਂਟ ਦਿੱਤਾ ਗਿਆ ਸੀ ਜੀ? ਇਹ ਸੀ ਜੀ ਫਾਈਨੈਂਸ ਡਿਪਾਰਟਮੈਂਟ। ਇਹ ਥੋੜਾ ਫੇਮਸ ਟੌਪਿਕ ਆ। ਲਿਆਕਤ ਅਲੀ ਖਾਨ ਬਹੁਤ ਉੱਚੇ ਕੱਦ ਦੇ ਲੀਡਰ ਸੀ, ਉਹਨਾਂ ਨੂੰ ਫਾਈਨੈਂਸ ਡਿਪਾਰਟਮੈਂਟ ਦਿੱਤਾ ਗਿਆ ਸੀ। ਅੱਗੇ ਦੇਖੋ ਜੀ, ਅੰਤਰਿਮ ਸਰਕਾਰ, ਥੋੜੀ ਐਕਸਪਲੇਨੇਸ਼ਨ ਪੜ੍ਹ ਲੈਂਦੇ ਆ। ਅੰਤਰਿਮ ਸਰਕਾਰ ਮੀਨ ਇੰਟਰਿਮ ਗਵਰਨਮੈਂਟ 2 ਸਤੰਬਰ 1946 ਨੂੰ ਬਣਾਈ ਗਈ ਸੀ। ਮੁਸਲਿਮ ਲੀਗ ਦੇ ਅੰਤਰਿਮ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਨਾਲ ਦੂਜੇ ਸਭ ਤੋਂ ਉੱਚੇ ਦਰਜੇ ਦੇ ਲੀਗ ਦੇ ਸਿਆਸਤਦਾਨ ਲਿਆਕਤ ਅਲੀ ਖਾਨ ਵਿੱਤ ਵਿਭਾਗ ਦੇ ਮੁਖੀ ਬਣ ਗਏ। ਕਿਹੜਾ? ਫਾਈਨੈਂਸ ਪੋਰਟਫੋਲੀਓ, ਫਾਈਨੈਂਸ ਡਿਪਾਰਟਮੈਂਟ। ਲੀਗ ਨੇ ਇੱਕ ਅਨੁਸੂਚਿਤ ਜਾਤੀ ਦੇ ਹਿੰਦੂ ਸਿਆਸਤਦਾਨ ਜੋਗਿੰਦਰ ਨਾਥ ਮੰਡਲ ਨੂੰ ਕਾਨੂੰਨ ਵਿਭਾਗ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ। ਆਹ ਵੀ ਪੁਆਇੰਟ ਇੰਪੋਰਟੈਂਟ ਆ ਕਿ ਲੀਗ ਨੇ ਅਜਿਹਾ ਮੈਂਬਰ, ਹਿੰਦੂ ਮੈਂਬਰ ਕਿਹੜਾ ਨੋਮੀਨੇਟ ਕੀਤਾ ਸੀ ਇੰਟਰਿਮ ਗਵਰਨਮੈਂਟ ਵਿੱਚ, ਜੋ ਕਿ ਅਨੁਸੂਚਿਤ ਜਾਤੀ ਦੇ ਸਨ ਤੇ ਉਹਨਾਂ ਨੂੰ ਲਾਅ ਡਿਪਾਰਟਮੈਂਟ ਮਿਲਿਆ ਸੀ। ਉਹ ਸੀ ਜੀ ਜੋਗਿੰਦਰ ਨਾਥ ਮੰਡਲ। ਜਾਂ ਇੰਟਰਿਮ ਗਵਰਨਮੈਂਟ ਵਿੱਚ ਜੋਗਿੰਦਰ ਨਾਥ ਮੰਡਲ ਨੂੰ ਕਿਹੜਾ ਵਿਭਾਗ ਮਿਲਿਆ ਸੀ? ਉਹ ਸੀ ਜੀ ਕਾਨੂੰਨੀ ਵਿਭਾਗ। ਇੰਪੋਰਟੈਂਟ ਪੁਆਇੰਟ ਆ ਇਹ ਵੀ। ਅਗਲਾ ਪ੍ਰਸ਼ਨ ਦੇਖੋ ਜੀ, The Indian National Congress agreed in 1947 to the partition of the country mainly because 1947 ਵਿੱਚ ਕਾਂਗਰਸ ਦੇਸ਼ ਦੀ ਬਟਵਾਰੇ ਲਈ ਰਾਜੀ ਹੋ ਗਈ। ਕੀ ਕਾਰਨ ਸੀ ਜੀ ਇਹਦਾ ਮੁੱਖ ਕਾਰਨ ਕੀ ਸੀ? The principle of two nation theory was then acceptable to them? ਨਹੀਂ, ਉਹਨਾਂ ਨੂੰ acceptable ਨਹੀਂ ਸੀ। ਗਲਤ। It was imposed by the British government and the Congress was helpless in this regard? ਨਹੀਂ, ਇਹ ਵੀ ਗੱਲ ਨਹੀਂ ਹੈ, impose ਨਹੀਂ ਕੀਤੀ ਗਈ ਸੀ। They wanted to avoid large scale communal riots? ਆਇਆ ਜੀ, ਬਹੁਤ ਵੱਡੇ ਪੱਧਰ ਤੇ ਦੰਗੇ ਹੋ ਰਹੇ ਸੀਗੇ, ਮਤਲਬ ਦੰਗੇ ਹੋ ਰਹੇ ਸੀ ਆਲਰੇਡੀ ਤੇ ਕਾਂਗਰਸ ਨੂੰ ਡਰ ਸੀ ਕਿ ਇਹ ਦੰਗੇ ਹੋਰ ਨਾ ਹੋ ਜਾਣ, ਲਾਰਜ ਸਕੇਲ ਤੇ ਕਮਿਊਨਲ ਧਰਮ ਦੇ ਆਧਾਰ ਤੇ ਦੰਗੇ ਨਾ ਹੋ ਜਾਣ। ਇਸ ਕਰਕੇ ਉਹ ਕਹਿੰਦੇ ਵੀ ਜਲਦੀ ਮਸਲੇ ਦਾ ਨਿਪਟਾਰਾ ਕਰ ਦਿਓ। ਚਲੋ ਜੇ ਨਹੀਂ ਮੰਨਦੇ ਤਾਂ ਅਸੀਂ ਪਾਰਟੀਸ਼ਨ ਵੀ ਐਕਸੈਪਟ ਕਰਦੇ ਹਾਂ। ਅਗਲਾ ਪੁਆਇੰਟ ਵੀ ਦੇਖ ਹੀ ਲੈਂਦੇ ਹਾਂ। ਇੰਡੀਆ would have otherwise lost the opportunity to attain freedom? ਇਹ ਵੀ ਕੋਈ ਇੰਨੀ ਗੱਲ ਨਹੀਂ। ਆਨਸਰ ਹੈ ਜੀ ਸੀ। At the time of India's independence, ਜਦੋਂ ਭਾਰਤ ਆਜ਼ਾਦ ਹੋਇਆ, ਮਹਾਤਮਾ ਗਾਂਧੀ ਬਾਰੇ ਕੁਝ ਗੱਲ ਕਹੀ ਆ, ਦੇਖਦੇ ਹਾਂ ਜੀ। A member of ਕਾਂਗਰਸ ਵਰਕਿੰਗ ਕਮੇਟੀ? ਨਹੀਂ, ਐਕਚੁਅਲੀ ਆ ਸਿੱਧਾ ਇੱਥੋਂ ਚੱਕੋ। He was not a member of the Congress. ਜਦੋਂ ਭਾਰਤ ਆਜ਼ਾਦ ਹੋਇਆ ਸੀ 47 ਵਿੱਚ, ਤਾਂ ਉਸ ਵੇਲੇ ਮਹਾਤਮਾ ਗਾਂਧੀ ਕਾਂਗਰਸ ਦੇ ਮੈਂਬਰ ਨਹੀਂ ਸਨ। ਭਾਰਤ ਦੀ ਆਜ਼ਾਦੀ ਦੇ ਸਮੇਂ ਮਹਾਤਮਾ ਗਾਂਧੀ ਕਾਂਗਰਸ ਦੇ ਮੈਂਬਰ ਨਹੀਂ ਸਨ। ਗਾਂਧੀ ਕਲਕੱਤਾ ਵਿੱਚ ਉਸ ਹਿੰਸਾ ਨੂੰ ਖਤਮ ਕਰਨ ਲਈ ਸਖਤ ਕੋਸ਼ਿਸ਼ ਕਰ ਰਹੇ ਸਨ, ਜਿਸ ਨੇ ਦੇਸ਼ ਨੂੰ ਤੋੜ ਦਿੱਤਾ ਸੀ। ਦੇਸ਼ ਵਿੱਚ ਕਮਿਊਨਲ ਰਾਈਟਸ ਹੋ ਰਹੇ ਸੀ, ਤੁਹਾਨੂੰ ਪਤਾ ਕਿ ਦੇਸ਼ ਦਾ ਬਟਵਾਰਾ ਹੋਇਆ ਸੀ ਤੇ ਉਹ ਉਸ ਵੇਲੇ ਕਲਕੱਤਾ ਵਿੱਚ ਸਨ। ਗਾਂਧੀ ਜੀ ਹਿੰਸਾ ਨੂੰ ਖਤਮ ਕਰਨ ਲਈ ਯਤਨ ਕਰ ਰਹੇ ਸਨ। ਉਹਨਾਂ ਦੇ ਨਾਲ ਅਬਦੁਲ ਗਫਾਰ ਖਾਨ ਨੇ ਵੀ ਤਿਉਹਾਰ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਤਿਉਹਾਰ ਮਤਲਬ ਜਸ਼ਨ, ਵੀ ਆਜ਼ਾਦੀ ਦਾ ਕਾਹਦਾ ਜਸ਼ਨ? ਉਹ ਕਹਿੰਦੇ ਸਾਡੇ ਦੇਸ਼ ਦਾ ਤਾਂ ਬਟਵਾਰਾ ਹੋ ਗਿਆ ਤੇ ਇੰਨਾ ਕਤਲੋ ਗਾਰਤ ਹੋ ਰਿਹਾ ਆ, ਧਰਮ ਦੇ ਨਾਂ ਤੇ ਹਿੰਸਾ ਹੋ ਰਹੀ ਹੈ, ਕਮਿਊਨਲ ਵਾਇਲੈਂਸ ਹੋ ਰਹੀ ਹੈ, ਰਾਈਟਸ ਹੋ ਰਹੇ ਆ, ਇਸ ਲਈ ਇਹਨਾਂ ਨੇ ਸੈਲੀਬ੍ਰੇਸ਼ਨ ਨਹੀਂ ਕੀਤੀ ਸੀ। ਅਭਿਨਵ ਭਾਰਤ ਇੱਕ ਸੀਕ੍ਰੇਟ ਸੋਸਾਇਟੀ ਆਫ ਰੈਵੋਲੂਸ਼ਨਰੀਜ਼ ਵਾਜ਼ ਆਰਗੇਨਾਈਜ਼ਡ ਬਾਏ? ਅਭਿਨਵ ਭਾਰਤ ਪਹਿਲਾ ਪ੍ਰਸ਼ਨ ਪੜ੍ਹਿਆ ਅਸੀਂ, ਫਿਰ ਰਿਪੀਟ। ਇਹਦਾ ਸਥਾਪਨਾ ਕਿਹਨੇ ਕੀਤੀ ਸੀ? ਸੀਕ੍ਰੇਟ ਸੀ ਜੀ ਇਹ ਸੰਸਥਾ, ਗੁਪਤ ਰੂਪ ਵਿੱਚ ਬਣਾਈ ਗਈ ਸੀ, ਗੁਪਤ ਰੂਪ ਵਿੱਚ ਆਪਣਾ ਕੰਮ ਕਰਦੀ ਸੀ। ਆਫ ਰੈਵੋਲੂਸ਼ਨਰੀਜ਼ ਕ੍ਰਾਂਤੀਕਾਰੀਆਂ ਦੀ ਸੰਸਥਾ ਸੀ ਅਭਿਨਵ ਭਾਰਤ। ਇਹ ਕਿਹਨੇ ਬਣਵਾਈ ਸੀ ਜੀ? ਇਹ ਸੀ ਜੀ ਵੀਡੀ ਸਾਵਰਕਰ ਨੇ। The most short-lived of all of the British constitutional experiments in India was the? ਹਾਂ ਕੁਛ ਬ੍ਰਿਟਿਸ਼ ਦੇ ਅੰਗਰੇਜ਼ਾਂ ਦੇ ਕਾਨੂੰਨ ਆ, ਪੁੱਛਿਆ ਗਿਆ ਜੀ ਇਹਨਾਂ ਵਿੱਚੋਂ ਸਭ ਤੋਂ ਘੱਟ ਸਮੇਂ ਲਈ ਕਿਹੜੇ ਰਹੇ ਸੀ?
ਮਾਰਦੇ ਆ ਜੀ ਕੁਛ ਤੁੱਕਾ, ਕੁਛ ਦਿਮਾਗ ਲਾਉਂਦੇ ਆ। ਕੌਂਸਲ ਐਕਟ 61 ਵਿੱਚ ਆਇਆ, 61 ਤੋਂ ਬਾਅਦ 92 ਵਿੱਚ ਆਇਆ, 92 ਤੋਂ ਬਾਅਦ 1909 ਵਿੱਚ ਆਇਆ, 1909 ਤੋਂ ਬਾਅਦ 1919 ਵਿੱਚ ਆਇਆ। ਬਸ ਸਿੰਪਲੀ ਹੁਣ ਤੁਸੀਂ ਕੈਲਕੂਲੇਟ ਕਰ ਲਓ। ਇੱਥੇ ਤਾਂ 31 ਸਾਲ ਉਮਰ ਬਣਦੀ ਹੈ ਜੀ ਇਸ ਐਕਟ ਦੀ, ਕੋਈ ਗੱਲ ਨਹੀਂ। ਇੱਥੇ ਤੁਸੀਂ ਦੇਖ ਲਓ 9 ਤੇ 8 17 ਸਾਲ ਬਣਦੀ ਹੈ, 17 ਮਤਲਬ ਆਹ ਵਾਲਾ ਐਕਟ 17 ਸਾਲ ਰਿਹਾ, ਆਹ ਵਾਲਾ ਐਕਟ 31 ਸਾਲ ਰਿਹਾ। ਇੱਥੇ ਦੇਖੋ ਜੀ 9 ਤੋਂ ਬਾਅਦ 19, ਠੀਕ, ਕਹਿਣ ਦਾ ਭਾਵ 9 ਤੇ 1 10, ਆਹ ਵਾਲਾ ਐਕਟ 10 ਸਾਲ ਰਿਹਾ, ਠੀਕ ਹੈ ਜੀ। ਤਾਂ 19 ਤੋਂ ਬਾਅਦ 35, ਆਹ ਵਾਲਾ ਐਕਟ 19 ਤੋਂ ਬਾਅਦ ਕਿਹੜਾ ਆਇਆ ਸੀ ਜੀ 1935। ਤਾਂ 35 ਤੇ 1919 ਵਿੱਚ ਕਿੰਨਾ ਸਾਲਾਂ ਦਾ ਫਰਕ ਹੋ ਗਿਆ ਜੀ 16 ਸਾਲਾਂ ਦਾ ਫਰਕ ਹੋ ਗਿਆ। ਤਾਂ ਕਹਿਣ ਦਾ ਭਾਵ ਜੀ 10 ਸਾਲ ਰਿਹਾ ਜੀ 1909 ਵਾਲਾ ਐਕਟ। ਤਾਂ ਸਭ ਤੋਂ ਛੋਟਾ ਲਾਈਫ ਟਾਈਮ ਕਿਹਦਾ ਹੋਇਆ, ਗਵਰਨਮੈਂਟ ਆਫ ਇੰਡੀਆ ਐਕਟ ਆਫ 1909। ਸੀ ਆਂਸਰ ਹੈ ਜੀ, ਸੀ। आगे देखो, it made its proposal in मई च प्रपोजल आया, it still wanted a united India। ਇਹਦੇ ਵਿੱਚ ਇਹ ਸੀਗਾ ਕਿ ਹਾਂ ਵੀ ਇੰਡੀਆ ਦੀ ਪਾਰਟੀਸ਼ਨ ਨਹੀਂ ਹੋਣੀ, ਇੰਡੀਆ ਯੂਨਾਈਟ ਹੀ ਰਹੇਗਾ। there was to be a federal union composed of British provinces। ਦੱਸੋ ਜੀ, the above quotation is related to ਕਿਹਦੇ ਨਾਲ ਸੰਬੰਧਿਤ ਆ, ਸਾਈਮਨ ਕਮਿਸ਼ਨ। ਦੇਖੋ ਹੁਣ ਇਹ ਗੱਲਾਂ ਹੋਈਆਂ ਆ ਕਿ ਆਜ਼ਾਦੀ ਮਿਲਣ ਤੋਂ ਪਹਿਲਾਂ ਦੀਆਂ ਗੱਲਾਂ ਹੋਈਆਂ, ਥੋੜਾ ਜਿਹਾ ਸਮਾਂ ਪਹਿਲਾਂ ਦੀਆਂ ਗੱਲਾਂ। ਬ੍ਰਿਟਿਸ਼ ਵੱਲੋਂ ਪ੍ਰਪੋਜ਼ਲ ਆ ਰਹੇ ਆ ਤੇ ਉਹ ਇੱਥੋਂ ਦੀਆਂ ਪ੍ਰਮੁੱਖ ਪਾਰਟੀਆਂ ਨੂੰ ਮਨਾਉਣ 'ਚ ਲੱਗੇ ਹੋਏ ਆ ਤੇ ਉਹ ਚਾਹੁੰਦੇ ਸੀ ਵੀ ਉਹਨਾਂ ਨੇ ਐਂਡ ਤੱਕ ਪਾਰਟੀਸ਼ਨ ਨੂੰ ਸਵੀਕਾਰ ਨਹੀਂ ਸੀ ਕੀਤਾ ਅੰਗਰੇਜ਼ਾਂ ਨੇ। ਤੇ ਇੱਕ ਪ੍ਰਪੋਜ਼ਲ ਸੀ ਜਿਹਦੇ ਵਿੱਚ ਕਿਹਾ ਕਿ ਹਾਂ ਵੀ ਇੰਡੀਆ ਯੂਨਾਈਟਿਡ ਹੀ ਰਹੇਗਾ। ਸਾਈਮਨ ਕਮਿਸ਼ਨ ਪਹਿਲਾਂ ਦੀਆਂ ਗੱਲਾਂ ਛੱਡੋ, ਇਹਨੂੰ ਗਾਂਧੀ ਇਰਵਿਨ ਪੈਕਟ ਪਹਿਲਾਂ ਦੀਆਂ ਗੱਲਾਂ ਛੱਡੋ। ਕ੍ਰਿਪਸ ਮਿਸ਼ਨ ਤੇ ਕੈਬਨਿਟ ਮਿਸ਼ਨ 'ਚ ਗੱਲ ਫਸ ਗਈ। ਕ੍ਰਿਪਸ ਮਿਸ਼ਨ ਪਹਿਲਾਂ ਆਇਆ, ਆਹ ਦੇਖਣਾ ਸਟਿਲ ਵਾਂਟਡ, ਇਹਦਾ ਮਤਲਬ ਨੈਗੋਸ਼ੀਏਸ਼ਨ ਚੱਲਦੀ ਪਈ ਆ, ਅੱਗੇ ਤੱਕ ਪਹੁੰਚ ਗਈ ਆ। ਸਟਿਲ ਵਾਂਟਡ ਇਹ ਹੈ ਜੀ ਕੈਬਨਿਟ ਮਿਸ਼ਨ ਦੀ ਗੱਲ ਹੋ ਰਹੀ ਆ। ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਦਿੱਲੀ ਪਹੁੰਚਿਆ। ਇਸ ਨੇ ਮਈ 1946 ਵਿੱਚ ਆਪਣੀਆਂ ਤਜਵੀਜ਼ਾਂ ਪੇਸ਼ ਕੀਤੀਆਂ, ਠੀਕ ਹੈ ਜੀ। Which Indian nationalist leader looked upon a war between Germany and Britain as a God-sent opportunity which would enable Indians to exploit the situation to their advantage। ਦੱਸੋ ਜੀ, ਮਾਰੋ ਤੁੱਕਾ, ਸੋਚੋ ਜਰਾ, ਦਿਮਾਗ ਲਾਓ। ਦੇਖੋ ਜੀ ਉਹ ਕਿਹੜਾ ਲੀਡਰ ਸੀ ਜਿਹਨੇ ਕਿਹਾ ਕਿ ਜਰਮਨ ਤੇ ਬ੍ਰਿਟੇਨ ਵਿੱਚ ਜਿਹੜੀ ਲੜਾਈ ਲੜੀ ਆ ਉਹ ਰੱਬ ਨੇ ਸਾਨੂੰ ਇੱਕ ਅਵਸਰ ਦਿੱਤਾ ਆ, ਸਾਨੂੰ ਇਸ ਅਵਸਰ ਦਾ ਫਾਇਦਾ ਉਠਾਉਣਾ ਚਾਹੀਦਾ ਆ। ਇਹ ਗੱਲ ਕਹੀ ਸੀ ਜੀ ਸੁਭਾਸ਼ ਚੰਦਰ ਬੋਸ ਨੇ। ਉਹਨਾਂ ਨੇ ਤਾਂ ਆਰਮੀ ਦਾ ਸੰਗਠਨ ਕੀਤਾ ਸੀ ਨਾ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।